गुरु प्यारी गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां मिल जुल के अमृत वेले तो लैकर अमृत के दाते सतगुरु गुरु गोबिंद सिंह साहिब महाराज सच्चे पातशाह जी दे पावन पवित्र अस्थान ते सतगुरु ग्रंथ साहिब महाराज जी दी पावन पवित्र गोद अंदर जुड़ मिल बैठ के सच्ची सरकार दे पावन पवित्र बचनां नूं शरधा भावना दे नाल पढ़दे सुनदे आ रहे हैं। सतगुरु गरीब नवाज जगत जलंदे नूं ठारन वाले डुबदियां नूं तारनहारे जिन्हां दे बाहरों बेड़े डुबदे ने उन्हां नूं भी पार लाउंदे ने, जिन्हां दा मन करके बेड़ा डुबदा है उन्हां नूं नाम दे जहाज ते चढ़ा के उस परम पिता परमात्मा दे कोल पहुंचा दिंदे ने। विछड़ियां नूं मिलनहारे ने ओ जगत गुरु धन धन सतगुरु नानक निरंकारी महाराज जिन्हां दा असीं बड़ी शरधा भावना नाल और पावन पवित्र अवतरण पुरब मना रहे हैं कि सतगुरु गरीब नवाज महाराज उन्हां दा दुनिया ते आउणा ते क्यों आउणा, उन्हां नूं सच्ची सरकार नूं अकाल पुरख वाहिगुरू जी और सरगुण रूप धारण करके संसार विच क्यों आए ने। आओ जिन्ना समा सतगुरु बख्शदे ने उस समय दे अंदर रह के गुरु नानक देव महाराज सच्चे पातशाह तिन्हां दे पावन पवित्र जीवन दे विचों ते सहब सच्ची सरकार तिन्हां दे कौतुकां दा आनंद मान सकीए, उन्हां दा दीदार करन हारियां दे बचनां नूं श्रवण कर सकीए, साडा आया होया सफला हो जाए। असीं कल नूं सहब सच्चे पातशाह दा अवतरण पुरब मनाउण जिथे भी गुरु नानक नाम लेवा सिख ने उन्हां अज तो लैके कल तक ये पावन दिहाड़े नूं मनाउणा है बड़ी शरधा दे नाल। आओ अपनियां मन बिरतियां नूं एकाग्रत करिए, दीन दयाल किरपा करन और उस निर्गुण दा सरगुण स्वरूप ने अपने जीवन दी आप ही विचार करा लैवन। किसी विद्वान विच किसी जुबान विच किसी तन विच इन्नी ताकत नहीं है वो गुरु नानक साहब महाराज दे मुकम्मल रूप अंदर गुण बयान कर सके। ये तां मालिक आप किरपा करदे ने। संसार दे जीवां नूं समझाउण लई विचारकां दे प्रचारकां दे वखियानकारियां दे लिखनहारियां दे सिर ते मेहर दा हथ रख के जिन्नी को दात बख्शदे ने उन्ना को विचार कोई विद्वान कोई वखियानकारी प्रचारक गुरु का विचार गुरु की संगत दे समक्ष रखदा है। आओ बड़ी शरधा नाल वो गुरु नानक देव महाराज सच्चे पातशाह जी दे चरनां च शीश झुका के
ਆਪ ਸਾਰੀ ਸੰਗਤ ਗੁਰੂ ਕੀ ਫਤਿਹ ਕਰੋ ਪ੍ਰਵਾਨ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦਿਆਲੂ ਕਿਰਪਾਲੂ ਦੀ ਗੁਰਬਾਣੀ ਨੂੰ ਪੜ੍ਹਦੇ, ਇਤਿਹਾਸ ਨੂੰ ਪੜ੍ਹਦੇ ਤੇ ਮਨ ਨਾ ਦੁਚਿੱਤੀ ਵਿੱਚ ਪੈ ਜਾਂਦਾ ਹੈ ਕਿ ਕਿਹੜੇ ਤੱਥ ਤੋਂ ਸਾਹਿਬ ਦੀ ਗੱਲ ਨੂੰ ਆਰੰਭ ਕੀਤਾ ਜਾਵੇ। ਆਪਣਾ ਵਿਚਾਰ ਸੱਚੀ ਸਰਕਾਰ ਦੇ ਸਰਗੁਣ ਸਰੂਪ ਨੂੰ ਬਿਆਨ ਕਰਨਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਬਚਿੱਤਰ ਨਾਟਕ ਨੂੰ ਲਿਖਿਆ ਹੈ, ਉਹਦੇ ਅੰਦਰ ਮਹਾਰਾਜ ਸਾਹਿਬ ਨੇ ਬਚਨ ਕੀਤੇ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਉਹ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਉਣਾ। ਅਜੇ ਜਨਮ ਬਾਅਦ 'ਚ ਮੈਂ ਕੇਵਲ ਬੇਦੀਆਂ ਦੀ ਕੁਲ ਬਾਰੇ ਗੱਲ ਕਰਾਂ, ਜਿਹਦੇ ਅੰਦਰ ਸੱਚੀ ਸਰਕਾਰ ਨੇ ਅਵਤਰਨ ਧਾਰਿਆ। ਮਹਾਰਾਜ ਸੱਚੀ ਸਰਕਾਰ ਔਰ ਇਹ ਬੇਦੀ ਸ਼ਬਦ ਜਿਹੜਾ ਹੈ ਇਸ ਖਾਨਦਾਨ ਦੇ ਨਾਲ ਕਿੱਥੋਂ ਕੁ ਜੁੜਿਆ। ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਦੋ ਰਾਜਿਆਂ ਦਾ ਜ਼ਿਕਰ ਕੀਤਾ ਹੈ ਬਚਿੱਤਰ ਨਾਟਕ ਦੇ ਅੰਦਰ। ਜਿਨ੍ਹਾਂ ਉਸ ਬਾਣੀ ਨੂੰ ਪੜ੍ਹਿਆ ਵਿਦਵਾਨਾਂ ਨੇ, ਸੁਣਿਆ ਲਿਖਿਆ ਵਿਚਾਰਵਾਨਾਂ ਨੇ, ਉਹਨਾਂ ਨੂੰ ਤਾਂ ਪਤਾ ਹੀ ਹੈ, ਪਰ ਜਿਨ੍ਹਾਂ ਨੇ ਕੰਨਾਂ ਦੇ ਨਾਲ ਸੁਣਿਆ ਉਹ ਵੀ ਇਸ ਗੱਲ ਤੋਂ ਪਤਲੀ ਭਾਂਤ ਜਾਣੂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਰਾਜਿਆਂ ਦਾ ਜ਼ਿਕਰ ਕਰਦੇ ਨੇ। ਇੱਕ ਦਾ ਨਾਮ ਹੈ ਕਾਲ ਰਾਏ, ਇੱਕ ਦਾ ਨਾਮ ਹੈ ਕਾਲ ਕੇਤ। ਮੈਂ ਇੱਥੋਂ ਇੱਕ ਗੱਲ ਸ਼ੁਰੂ ਕਰਾਂਗਾ, ਜ਼ਿਆਦਾ ਪਿਛੋਕੜ 'ਚ ਨਹੀਂ ਜਾਵਾਂਗਾ, ਕਿਉਂਕਿ ਪਿੱਛੇ ਬੰਸਾਵਲੀ ਜਦੋਂ ਪੜ੍ਹਦੇ ਹਾਂ ਬਹੁਤ ਪਿਛੋਕੜ ਵਿੱਚ ਲੰਘ ਜਾਈਦਾ ਹੈ। ਪਰ ਔਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਆ, ਕਾਲ ਕੇਤ ਭਇਓ ਬਲੀ ਅਪਾਰਾ, ਕਾਲ ਰਾਏ ਜਿਨ ਨਗਰ ਨਕਾਰਾ। ਮੈਂ ਇੱਥੋਂ ਕੋ ਵਿਚਾਰ ਆਰੰਭਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਲ ਕੇਤ ਤੇ ਕਾਲ ਰਾਏ ਇੱਕੇ ਖਾਨਦਾਨ ਦੇ ਦੋਵੇਂ ਰਾਜੇ ਨੇ। ਆਪਸ ਵਿੱਚ ਇਹਨਾਂ ਦਾ ਝਗੜਾ ਹੋ ਗਿਆ, ਲੜ ਪਏ, ਯੁੱਧ ਛਿੜ ਗਿਆ। ਤੇ ਜਿਹੜਾ ਕਾਲ ਕੇਤ ਰਾਜਾ ਸੀ ਨਾ, ਇਹ ਗੁਰਮੁਖੋ ਤਾਕਤਵਰ ਸੀ। ਇਹਨੇ ਕਾਲ ਰਾਏ ਨੂੰ ਨਗਰ ਵਿੱਚੋਂ ਕੱਢ ਦਿੱਤਾ। ਤੇ ਉਹ ਜਿਹੜਾ ਕਾਲ ਰਾਏ ਸੀ ਔਰ ਉਹ ਜਦੋਂ ਨਗਰ ਵਿੱਚੋਂ ਨਿਕਲਿਆ, ਜਿਉਂ ਭੱਜਾ, ਜਿਉਂ ਦੌੜਿਆ, ਉਹ ਇੱਕ ਦੇਸ਼ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਉਹਨੂੰ ਸਨੌਡ ਦੇਸ਼ ਕਹਿੰਦੇ ਨੇ, ਉਹਦਾ ਨਾਂ ਇਲਾਕੇ ਦਾ ਸੀ। ਤੇ ਸਨੌਡ ਦੇਸ਼ ਜਿਹਨੂੰ ਕਹਿੰਦੇ, ਉਦੋਂ ਆਵਾਜਾਈ ਦੇ ਸਾਧਨ ਠੱਪ ਸਨ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾਣਾ ਉਹਨੂੰ ਦੇਸ਼ ਹੀ ਕਿਹਾ ਜਾਂਦਾ ਸੀ, ਦੂਰ ਵਸਦੇ ਨੇ। ਔਰ ਉਸ ਇਲਾਕੇ ਵਿੱਚ ਗਏ ਨੇ ਜਿਹੜੇ ਰਾਜੇ ਜਨਮੇਜੇ ਦੀ ਔਲਾਦ, ਪ੍ਰੀਸ਼ਦ ਦੇ ਪੋਤਰੇ ਦੀ ਔਲਾਦ ਦੇ ਵਿੱਚੋਂ ਰਾਜਾ ਅਜੈ ਸਿੰਘ ਦੀ ਸੰਤਾਨ ਨੇ ਇਲਾਕਾ ਆਬਾਦ ਕੀਤਾ ਹੈ। ਵਿਦਵਾਨ ਇਹ ਵੀ ਲਿਖਦੇ ਨੇ, ਔਰ ਪ੍ਰੀਸ਼ਦ ਦਾ ਜਨਮੇਜਾ ਤੇ ਜਨਮੇਜੇ ਦਾ ਪੁੱਤਰ ਅਜੈ ਸਿੰਘ, ਉਹਦੀ ਸੰਤਾਨ ਨੇ ਇਹ ਇਲਾਕਾ ਆਬਾਦ ਕੀਤਾ ਸੀ। ਤੇ ਇਸ ਇਲਾਕੇ ਦੇ ਵਿੱਚ ਗਏ ਨੇ। ਭਾਵੇਂ ਸਨੌਡ ਜਿਹੜੀ ਇੱਕ ਬ੍ਰਾਹਮਣਾਂ ਦੀ ਜਾਤੀ ਵੀ, ਔਰ ਉਹਨੂੰ ਵੀ ਕਿਹਾ ਜਾਂਦਾ ਹੈ। ਔਰ ਜਿਹੜਾ ਸੀ ਸਨੌਡਾ ਨਾਮ ਦੀ ਲੜਕੀ ਹੈ, ਉਹਦੇ ਤੋਂ ਇਹ ਇਲਾਕਾ ਅੱਗੇ ਉੱਥੋਂ ਸ਼ੁਰੂ ਹੋ ਜਾਂਦਾ, ਸਨੌਡਾ ਨਾਂ ਦਾ। ਖੈਰ ਮੇਰਾ ਜਿਹੜਾ ਹੈ ਮਜ਼ਬੂਨ ਅੱਜ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੰਸਾਵਲੀ ਨਾਲ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬੰਸਾਵਲੀ ਕਰਕੇ ਉਹ ਕਾਲ ਰਾਏ ਜਦੋਂ ਭੱਜ ਕੇ ਜਾਂਦਾ ਹੈ, ਉਹ ਜਾ ਕੇ ਸਨੌਡ ਦੇਸ਼ ਦੇ ਵਿੱਚ ਪ੍ਰਵੇਸ਼ ਕਰਦਾ। ਉੱਥੋਂ ਦਾ ਰਾਜਾ ਜਿਹੜਾ ਹੈ ਨਾ ਸਨੌਡ ਦੇਸ਼ ਦਾ, ਉਹਦਾ ਨਾਮ ਹੈ ਕਾਲ ਕਾਦ ਰਾਜਾ।
ਕਾਲ ਕਾਦ ਰਾਜਾ ਜਿਹੜਾ ਹੈ ਉਹਨੇ ਦੇਖਿਆ ਹੈ ਕਾਲ ਰਾਏ ਬੜਾ ਤਾਕਤਵਰ ਯੋਧਾ ਹੈ, ਸੂਰਮੇ ਨਾਲ ਨੇ, ਤੇ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਕਾਲ ਰਾਏ ਦੇ ਨਾਲ ਕਰ ਦਿੱਤਾ। ਔਰ ਤਹੀ ਭੂਪਜਾ ਵਿਆਹਤ ਭਏ। ਔਰ ਜਦੋਂ ਭਾਜ ਸਨੌੜ ਦੇਸ਼ ਤੇ ਗਏ ਕਾਲ ਰਾਏ, ਤਹੀ ਭੂਪਜਾ ਵਿਆਹਤ ਭਏ। ਉਹ ਕਾਲ ਕੇਦ ਦੀ ਪੁੱਤਰੀ ਦੇ ਨਾਲ ਜਿਹੜਾ ਹੈ ਨਾ ਉਹਦਾ ਵਿਵਾਹ ਹੋ ਜਾਂਦਾ। ਤੇ ਉਹਨੇ ਕਾਲ ਕਾਦ ਰਾਜੇ ਨੇ ਇਸ ਕਾਲ ਰਾਏ ਨੂੰ ਆਪਣਾ ਮਤਵੰਨਾ ਥਾਪਿਆ ਵੀ ਉਹਦਾ ਪੁੱਤਰ ਕੋਈ ਨਹੀਂ ਸੀ, ਇੱਕੋ ਬੇਟੀ ਸੀ। ਉਹਨੇ ਆਪਣੇ ਰਾਜ ਪਾਟ ਦਾ ਇਹਨੂੰ ਮਤਵੰਨਾ ਥਾਪ ਦਿੱਤਾ। ਸਭ ਕੁਝ ਬੇਟੀ ਦਾ ਸੀ, ਦਾਮਾਦ ਕਰਤਾ ਧਰਤਾ ਹੋ ਗਿਆ ਹੈ। ਹੁਣ ਉਹ ਜਿਹੜੀ ਲੜਕੀ ਸੀ ਔਰ ਪਿਆਰਿਓ ਉਹਦੇ ਉਧਰ ਤੋਂ ਉਪਜਿਆ ਪੁੱਤਰ ਸੋਢੀ ਰਾਏ ਧਰਾ ਤੇ ਨਾਮਾ। ਉਹ ਸਨੌੜ ਦੇਸ਼ ਤੋਂ ਸਨੌਡਾ ਨਾਮ ਦੀ ਲੜਕੀ ਦੀ ਕੁੱਖ ਤੋਂ ਉਪਜਿਆ ਬੱਚਾ, ਉਹਦਾ ਨਾਮ ਸੋਢੀ ਰਾਏ ਧਰਿਆ। ਉਥੋਂ ਸੋਢੀ ਬੰਸ਼ ਚੱਲਿਆ। ਉਦੋਂ ਪਹਿਲਾਂ ਇਸ ਗੱਲ ਤੋਂ ਪਹਿਲਾਂ ਸੋਢੀ ਨਾਂ ਦੀ ਮੈਨੂੰ ਪੜ੍ਹਨ ਨੂੰ ਕੋਈ ਚੀਜ਼ ਨਹੀਂ ਮਿਲੀ। ਔਰ ਪਿਆਰਿਓ ਇੱਥੋਂ ਕੋ ਸੋਢੀ ਆਰੰਭ ਹੁੰਦੇ। ਇੱਧਰ ਇਹ ਕਾਲ ਕੇਦ ਜਿਹੜਾ ਕਾਲ ਰਾਏ ਸੀ, ਕਾਲ ਕੇਦ ਦੀ ਮੌਤ ਹੋਈ ਔਰ ਕਾਲ ਕਾਦ ਦੀ, ਤੇ ਇਹ ਕਾਲ ਰਾਏ ਨੇ ਰਾਜ ਪਾਟ ਸੰਭਾਲਿਆ। ਇਹ ਆਪਣੇ ਪੁੱਤਰਾਂ ਨੂੰ ਲੈ ਕੇ ਮਨ ਦੇ ਅੰਦਰ ਰੰਜਸ ਸੀ ਕਿ ਸਾਨੂੰ ਉਸ ਰਾਜ ਭਾਗ ਚੋਂ ਭਜਾ ਦਿੱਤਾ ਗਿਆ, ਦਬਾਇਆ ਗਿਆ। ਤੇ ਪਿਆਰਿਓ ਜਦੋਂ ਫਿਰ ਇਹਦੇ ਪੁੱਤਰਾਂ ਨੇ ਜਗਤ ਰਾਏ ਨੇ ਆਦ ਨੇ ਇਹਨਾਂ ਨੇ ਆ ਕਰਕੇ ਹਮਲਾ ਕੀਤਾ ਨਾ, ਤੇ ਚੱਲਦੇ ਆਏ ਇਹਨਾਂ ਆ ਕੇ ਫੇਰ ਇਧਰਲੀ ਰਾਜ ਤੇ ਕਬਜ਼ਾ ਕੀਤਾ। ਤੇ ਕਾਲ ਰਾਏ ਕਾਲ ਕੇਤ ਦੀ ਔਲਾਦ ਤੇ ਜਿਹੜੀ ਸੀ ਨਾ ਪਿਆਰਿਓ ਉਹ ਭੱਜ ਤੁਰੀ। ਕਾਲ ਕੇਤ ਦੀ ਔਲਾਦ ਭੱਜੀ ਤੇ ਉਹਨਾਂ ਨੇ ਜਾ ਕਰਕੇ ਕੀ ਕੀਤਾ, ਉਹ ਚੱਲਦੇ ਚਲਾਉਂਦੇ ਕਾਂਚੀ ਦੇ ਵਿੱਚ ਚਲੇ ਗਏ। ਕਾਂਚੀ ਉਸ ਵੇਲੇ ਦੀ ਯੂਨੀਵਰਸਿਟੀ ਸੀ, ਵਿਦਵਾਨਾਂ ਦੀ ਪੁਰੀ। ਕੁਝ ਤਾਂ ਜਾ ਕੇ ਇੱਧਰ ਉੱਧਰ ਕੰਮ ਕਾਜ ਵਿੱਚ ਉਲਝ ਗਏ। ਤੇ ਪਿਆਰਿਓ ਉਹਨਾਂ ਦੇ ਵਿੱਚੋਂ ਔਰ ਜਿਹੜਾ ਸੀ ਨਾ ਔਰ ਪਿਆਰਿਓ ਦੇਵ ਰਾਏ ਦੇ ਪੁੱਤਰ ਸਨ। ਔਰ ਪਿਆਰਿਓ ਦੇਵ ਰਾਏ ਦੇ ਪੁੱਤਰਾਂ ਨੇ ਜਾ ਕਰਕੇ ਉੱਥੇ ਵਿਦਿਆ ਨੂੰ ਪੜ੍ਹਿਆ, ਬਹੁਤ ਵਿਦਿਆ ਪੜ੍ਹੀ। ਜ਼ਬਾਨੀ 4 ਵੇਦ ਇਹਨਾਂ ਨੇ ਕੰਠ ਕਰ ਲਏ। ਤੇ ਜ਼ਬਾਨੀ ਜਦੋਂ 4 ਵੇਦ ਕੰਠ ਕੀਤੇ, ਉਧਰ ਰਾਜਾ ਰਾਜ ਕਰਦਾ ਸੀ ਜਿਹੜਾ। ਔਰ ਇਹਨਾਂ ਸੋਢੀਆਂ ਦਾ ਸੋਢੀ ਸ਼ਬਦ ਆਪ ਨੂੰ ਸਮਝ ਆ ਗਈ ਕਿੱਥੋਂ ਜੁੜਿਆ। ਔਰ ਉਹਨਾਂ ਦਾ ਪੰਜਾਬ ਤੇ ਰਾਜ ਚੱਲਦਾ ਸੀ। ਤੇ ਪਰਤ ਕੇ ਇਹ ਵੇਦ ਜਦੋਂ ਇਹਨਾਂ ਪੜ੍ਹੇ, ਵੇਦ ਪਾਠੀ ਬਣੇ, ਵੇਦ ਪਾਠੀ। ਤੇ ਜਦੋਂ ਇੱਧਰ ਦੇ ਰਾਜੇ ਨੂੰ ਪਤਾ ਲੱਗਿਆ ਕਿ ਸਾਡੇ ਜਾਤ ਭਾਈ ਜਿਹੜੇ ਨੇ ਉਹਨਾਂ ਬੜੀ ਨਿਪੁੰਨਤਾ ਵਿਦਿਆ ਵਿੱਚ ਹਾਸਲ ਕੀਤੀ ਆ, ਉਹ ਵੀ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ। ਤੇ ਪਿਆਰਿਓ ਉਹ ਗ੍ਰੰਥਾਂ ਨੂੰ ਪੜ੍ਹਨ ਵਾਲੇ ਜਿਹੜੇ ਸਨ ਅੰਮ੍ਰਿਤ ਰਾਏ ਤੇ ਕੰਚਨ ਨਾਭ, ਇਹ 2 ਰਾਜਿਆਂ ਨੇ, ਇਹਨਾਂ ਬੇਦੀਆਂ ਨੇ। ਔਰ ਵੇਦ ਪੜ੍ਹਨ ਕਰਕੇ ਇਹਨਾਂ ਦਾ ਲਕਬ ਬੇਦੀ ਪਿਆ। ਉਦੋਂ ਪਹਿਲਾਂ ਬੇਦੀ ਨਹੀਂ ਮਿਲਦੇ। ਔਰ ਵੇਦਾਂ ਨੂੰ ਜ਼ਬਾਨੀ ਯਾਦ ਕੀਤਾ। ਉਹ ਰਾਜੇ ਨੇ ਚਿੱਠੀਆਂ ਪਾਈਆਂ, ਇਹ ਪੰਜਾਬ ਦੇ ਅੰਦਰ ਆਏ। ਆ ਕੇ ਇਹਨਾਂ ਨੇ ਵੇਦ ਜ਼ਬਾਨੀ ਸੁਣਾਏ। ਉਸ ਰਾਜੇ ਨੇ ਪਿਆਰਿਓ ਆ ਕਰਕੇ ਜਿਹੜਾ ਸੀ ਇਕੱਠ ਕੀਤਾ। ਤੇ ਜਦੋਂ ਇਹਨਾਂ ਵੇਦ ਸੁਣਾਏ ਨਾ, ਤੇ ਫਿਰ ਜਿਹੜਾ ਜਗਤ ਰਾਏ ਸੀ ਉਹ ਰਾਜ ਪਾਟ ਨੂੰ ਛੱਡ ਕੇ ਉਹਨੇ ਬੇਦੀਆਂ ਦੇ ਵਿੱਚੋਂ ਔਰ ਜਿਹੜਾ ਸੀ ਅੰਮ੍ਰਿਤ ਰਾਏ ਨੂੰ ਰਾਜ ਪਾਟ ਦੇ ਦਿੱਤਾ, ਬੇਦੀਆਂ ਨੂੰ। ਔਰ ਬੇਦੀ ਖਾਨਦਾਨ, ਬੇਦੀ ਲਕਬ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਾ ਕਿ 3 ਬੇਦੀਆਂ ਕੀ ਕੁੱਲ ਵਿਖਿਓ, ਜਿਹੜੇ ਬੇਦੀ ਚਾਲੇ, ਜਿਨ੍ਹਾਂ ਵੇਦ ਪੜ੍ਹੇ 3 ਉਹਨਾਂ ਦੀ ਕੁੱਲ ਵਿਖੇ ਗੁਰੂ ਨਾਨਕ ਸਾਹਿਬ ਪ੍ਰਗਟੇ। ਉਹ ਬੇਦੀ ਪਾਠੀ ਸਨ, ਵੇਦ ਪਾਠੀ ਸਨ। ਔਰ ਉਹਨਾਂ ਨੂੰ ਬੇਦੀ, ਵੇਦਾਂ ਦੇ ਪਾਠੀ ਹੋਣ ਕਰਕੇ ਬੇਦੀ ਕਹਿਣ ਲੱਗ ਪਏ। ਔਰ ਉਹ ਬੇਦੀ ਖਾਨਦਾਨ ਅੱਗੇ ਚੱਲਿਆ।
ਤੇ ਚੱਲਦਿਆਂ ਹੋਇਆਂ ਉਸ ਖਾਨਦਾਨ ਨੇ ਅੱਗੇ ਜਿਹੜੇ ਵਿਚਾਰ ਕੀਤੇ ਤੇ ਜਿਹੜਾ ਇੱਧਰ ਸੋਢੀਆਂ ਦਾ ਖਾਨਦਾਨ ਸੀ ਉਹ ਤਪੋਬਨ ਨੂੰ ਚਲਾ ਗਿਆ ਤਪੱਸਿਆ ਕਰਨ, ਕਿਉਂਕਿ ਗਿਆਨ ਨੂੰ ਸੁਣਿਆ, ਗਿਆਨ ਨੇ ਵਿਰਾਗ ਪੈਦਾ ਕਰਤਾ, ਭਗਵਾਨ ਨੂੰ ਮਿਲਣ ਵਾਸਤੇ ਉਹ ਤੁਰ ਪਏ, ਉਹ ਉਧਰ ਨੂੰ ਚਲੇ ਗਏ। ਆਓ ਹੁਣ ਮੈਂ ਥੋੜ੍ਹਾ ਜਿਹਾ ਉਹ ਕਾਲ ਕੇਤ ਤੋਂ ਆਪ ਨੂੰ ਰਾਜਿਆਂ ਦੇ ਨਾਂ ਗੁਣਾ ਦੇਵਾਂ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਕਰਨ ਲੱਗੇ ਹਾਂ। ਔਰ ਉਹ ਬੇਦੀਆਂ ਦੀ ਕੁਲ ਦੇ ਵਿੱਚੋਂ ਪਾਰਜਾਤ ਨਾਮ ਦਾ ਰਾਜਾ ਹੋਇਆ ਤੇ ਪਾਰਜਾਤ ਰਾਜੇ ਦਾ ਪੁੱਤਰ ਸੀ ਕਾਲਕੇਤ, ਜਿਹਨੇ ਕਾਲ ਰਾਏ ਨੂੰ ਭਜਾਇਆ ਸੀ, ਕਾਲਕੇਤ। ਤੇ ਕਾਲਕੇਤ ਦਾ ਪੁੱਤਰ ਸੀ ਧੀਰ ਰਾਏ ਤੇ ਧੀਰ ਰਾਏ ਦਾ ਪੁੱਤਰ ਸੀ ਦੇਵ ਰਾਏ, ਰਾਜਾ ਦੇਵ ਰਾਏ। ਤੇ ਜਿਹੜਾ ਰਾਜਾ ਦੇਵ ਰਾਏ ਸੀ ਨਾ, ਇਹਦੇ ਦੋ ਪੁੱਤਰ ਸਨ, ਅੰਮ੍ਰਿਤ ਰਾਏ ਤੇ ਕੰਚਨ ਨਾਭ। ਤੇ ਜਿਹੜਾ ਸੀ ਅੰਮ੍ਰਿਤ ਰਾਏ, ਇਹਨੂੰ ਹੀ ਰਾਜ ਗੱਦੀ ਤੇ ਬਿਠਾਇਆ। ਅੰਮ੍ਰਿਤ ਰਾਏ ਤੇ ਕੰਚਨ ਨਾਭ ਨੇ ਔਰ ਜ਼ੁਬਾਨੀ ਚਾਰੇ ਵੇਦ ਆ ਕੇ ਸੁਣਾਏ ਸੀ। ਔਰ ਪਿਆਰਿਓ, ਦੇਵ ਰਾਏ ਦਾ ਪੁੱਤਰ ਅੰਮ੍ਰਿਤ ਰਾਏ ਤੇ ਕੰਚਨ ਨਾਭ, ਅੱਗੇ ਅੰਮ੍ਰਿਤ ਰਾਏ ਦਾ ਪੁੱਤਰ ਜਿਹੜਾ ਸੀ ਉਹ ਅਮਰਕੇਤ ਹੋਇਆ, ਰਾਜਾ ਅਮਰਕੇਤ। ਅਮਰਕੇਤ ਦਾ ਪੁੱਤਰ ਸੀ ਅਭੋਜ ਰਾਏ ਤੇ ਅਭੋਜ ਰਾਏ ਦਾ ਪੁੱਤਰ ਸੀਗਾ ਰਾਜਾ ਨਰੋਤਮ, ਰਾਜਾ ਨਰੋਤਮ ਰਾਏ। ਤੇ ਨਰੋਤਮ ਰਾਏ ਦਾ ਪੁੱਤਰ ਜਿਹੜਾ ਸੀ ਉਹ ਦੁਰਦਮਨ ਸੀ ਤੇ ਦੁਰਦਮਨ ਦਾ ਪੁੱਤਰ ਔਰ ਸ਼ੰਭੂ ਰਾਏ ਸੀ ਅੰਬਰਮਨ, ਤੇ ਅੰਬਰਮਨ ਦਾ ਪੁੱਤਰ ਸੀ ਸ਼ੰਭੂ ਰਾਏ ਤੇ ਸ਼ੰਭੂ ਰਾਏ ਦਾ ਪੁੱਤਰ ਸੀ ਚਤਰਜੀ ਤੇ ਚਤਰਜੀ ਦਾ ਪੁੱਤਰ ਸੀ ਸਾਲ ਲੋਪੂ। ਇਹ ਸਾਰਾ ਬੇਦੀ ਖਾਨਦਾਨ ਹੈ। ਔਰ ਸਾਲ ਲੋਪੂ ਜਿਹੜਾ ਸੀ ਇਹਦਾ ਪੁੱਤਰ ਸੀ ਅੱਗੇ ਪ੍ਰਜਾਪਤ ਤੇ ਪ੍ਰਜਾਪਤ ਦਾ ਅੱਗੇ ਪੁੱਤਰ ਸੀ ਰਾਜਾ ਭਰੋ ਰਾਏ। ਤੇ ਭਰੋ ਰਾਏ ਜਿਹੜਾ ਸੀ ਇਹਦੇ ਘਰ ਅੰਦਰ ਜਨਮ ਲਿਆ ਹੈ। ਔਰ ਪਿਆਰਿਓ, ਜਿਹਨੂੰ ਬਾਬਾ ਰਾਮ ਨਾਰਾਇਣ ਕਹਿੰਦੇ, ਰਾਮ ਨਾਰਾਇਣ ਪਤਾ ਕੌਣ ਹੈ? ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਔਰ ਪੜਦਾਦਾ ਜੀ ਜਿਹੜੇ ਨੇ। ਔਰ ਰਾਮ ਨਾਰਾਇਣ ਜਿਹੜਾ ਹੈ, ਔਰ ਇਹਦੇ ਘਰ ਵਾਲੀ ਬੀਬੀ ਦਾ ਨਾਮ ਹੈ ਕੁਸ਼ਾਲ ਦੇਵੀ। ਕੁਸ਼ਾਲ ਦੇਵੀ ਜਿਹੜੀ ਆ ਪਿਆਰਿਓ ਰੱਬ ਨਾਲ ਬੰਦਗੀ ਨਾਲ ਪ੍ਰੇਮ ਕਰਨ ਵਾਲੀ ਹੈ। ਤੇ ਬਾਬਾ ਰਾਮ ਨਾਰਾਇਣ ਕੇਵਲ ਨਾਮ ਦੇ ਨਹੀਂ, ਰਾਮ ਰਾਮ ਜਪਣ ਵਾਲੇ, ਭਗਵਾਨ ਜਪਣ ਵਾਲੇ। ਤਾਂ ਹੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਸ ਖਾਨਦਾਨ ਦੇ ਵਿੱਚ ਜਨਮੇ ਨੇ। ਔਰ ਉਹ ਪਿਤਾ ਧੰਨ, ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਇਹ ਬੇਦੀ ਕੁਲ ਧੰਨ ਹੈ, ਧੰਨ ਧੰਨ ਪਿਤਾ, ਧੰਨ ਧੰਨ ਕੁਲ। ਔਰ ਅੱਗੇ ਅਸੀਂ ਮਾਂ ਨੂੰ ਵੀ ਧੰਨ ਕਹਿਣਾ ਹੈ। ਔਰ ਜਿਸ ਦੇ ਅੰਦਰ ਇਹ ਪੁੱਤਰ ਨੇ ਉਪਜਣਾ ਹੈ, ਔਰ ਉਹ ਜਗ੍ਹਾ ਨੂੰ ਵੀ ਅਸੀਂ ਧੰਨ ਕਹਿਣਾ ਹੈ, ਜਿਹੜੀ ਜਗ੍ਹਾ ਤੇ ਮੇਰੇ ਦਾਤੇ ਦੀ ਆਮਦ ਹੋਣੀ ਆ। ਸੱਚੀ ਸਰਕਾਰ ਔਰ ਕਹਿੰਦੇ ਨੇ ਉਹ ਕੁਸ਼ਾਲ ਦੇਵੀ ਮਾਂ ਦੀ ਕੁੱਖ ਨੂੰ ਭਾਗ ਲੱਗਿਆ। ਤੇ ਪਿਆਰਿਓ, ਔਰ ਉਹਦੇ ਘਰ ਅੰਦਰ ਦੋ ਪੁੱਤਰਾਂ ਨੇ ਜਨਮ ਲਿਆ। ਔਰ ਪਹਿਲੇ ਪੁੱਤਰ ਦਾ ਨਾਮ ਬਾਬਾ ਰਾਮ ਨਾਰਾਇਣ ਦੇ ਪਹਿਲੇ ਪੁੱਤਰ ਦਾ ਨਾਮ ਸੀ ਸਨਪਾਤ ਸੈਨ। ਔਰ ਦੂਜੇ ਪੁੱਤਰ ਦਾ ਨਾਮ ਸੀ ਸ਼ਿਵ ਨਾਰਾਇਣ, ਜਿਹਨੂੰ ਸ਼ਿਵ ਰਾਮ ਵੀ ਕਹਿੰਦੇ ਨੇ, ਸ਼ਿਵ ਰਾਮ। ਔਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਾਦਾ ਜੀ ਨੇ। ਔਰ ਪਿਆਰਿਓ, ਸ਼ਿਵ ਨਾਰਾਇਣ ਤੇ ਸਨਪਾਤ ਸੈਨ ਦੀ ਜ਼ਿਆਦਾ ਕੋਈ ਹਿਸਟਰੀ ਨਹੀਂ ਮਿਲਦੀ। ਤੇ ਜਿਹੜਾ ਸ਼ਿਵ ਨਾਰਾਇਣ ਸ਼ਿਵ ਰਾਮ ਹੈ, ਔਰ ਸਮੇਂ ਦੇ ਅਨੁਸਾਰ ਮਾਤਾ ਪਿਤਾ ਨੇ ਬਾਬੇ ਰਾਮ ਨਾਰਾਇਣ ਨੇ ਆਪਣੇ ਪੁੱਤਰ ਔਰ ਸ਼ਿਵ ਰਾਮ ਦੀ ਸ਼ਾਦੀ ਕੀਤੀ ਆ। ਔਰ ਪਿਆਰਿਓ, ਜਲੰਧਰ ਦੇ ਰਹੇਸ਼ ਜਸ ਰਾਮ ਦੀ ਪੁੱਤਰੀ ਔਰ ਮਾਤਾ ਬਨਾਰਸੀ ਜੀ ਦੇ ਨਾਲ, ਮਾਤਾ ਬਨਾਰਸੀ ਜੀ ਦੇ ਨਾਲ ਔਰ ਸ਼ਿਵ ਰਾਮ ਸ਼ਿਵ ਨਾਰਾਇਣ ਦਾ ਵਿਵਾਹ ਹੋਇਆ ਹੈ। ਆਪਣਾ ਦੰਪਤੀ ਜੀਵਨ ਜਿਉਂਦੇ ਨੇ। ਤੇ ਪਿਆਰਿਓ, ਔਰ ਜਦੋਂ ਆਪਣੇ ਦੰਪਤੀ ਜੀਵਨ ਨੂੰ ਜਿਉਂਦਿਆਂ ਹੋਇਆਂ ਔਰ ਪਿਤਾ ਤੇ ਮਾਤਾ ਕਾਲ ਚਲਾਣਾ ਕਰ ਗਏ। ਇੱਧਰ ਜਿਹੜਾ ਬਾਬਾ ਸ਼ਿਵ ਨਾਰਾਇਣ ਨੇ, ਉਧਰ ਬੇਦੀਆਂ ਤੋਂ ਰਾਜ ਖੁੱਸ ਗਿਆ।
ਬੇਦੀਆਂ ਤੋਂ ਰਾਜ ਖੁੱਸਣ ਦਾ ਕਾਰਨ ਜਦੋਂ ਪਿਆਰਿਓ ਇਹਨਾਂ ਨੇ ਆ ਕਰਕੇ ਔਰ ਹਮਲੇ ਹੋਣੇ ਸ਼ੁਰੂ ਹੋਏ ਤੇ ਪਿਆਰਿਓ ਹਮਲਿਆਂ ਦੇ ਵਿੱਚ ਇੱਥੇ ਖਿਜ਼ਰ ਖਾਨ ਨੂੰ ਜਿਹੜਾ ਸੀ ਤੈਮੂਰ ਨੇ ਔਰ ਆਪਣਾ ਮਾਤ ਹਿੱਤ ਲਾ ਦਿੱਤਾ, ਗਵਰਨਰ ਲਾ ਦਿੱਤਾ ਖਿਜ਼ਰ ਖਾਨ ਨੂੰ ਤੈਮੂਰ ਦੇ ਹਮਲੇ ਅੰਦਰ। ਤੇ ਖਿਜ਼ਰ ਖਾਨ ਉਹਨਾਂ ਚਿਰ ਗਵਰਨਰ ਬਣ ਕੇ ਰਿਹਾ ਲਾਹੌਰ ਤੇ, ਰਾਜ ਖੁੱਸ ਗਿਆ, ਇਹਨਾਂ ਨੂੰ ਜਾਗੀਰ ਦੇ ਦਿੱਤੀ ਗਈ ਕਿ ਤੁਸੀਂ ਜਾਓ, ਜਾ ਕਰਕੇ ਔਰ ਇਧਰ ਪੱਟੀ ਦੇ ਇਲਾਕੇ ਅੰਦਰ, ਇਧਰਲੇ ਤਰਨ ਤਾਰਨ ਦੇ ਇਲਾਕਿਆਂ ਵਿੱਚ ਜਾਗੀਰ ਮਿਲੀ, ਜਾ ਕਰਕੇ ਤੁਸੀਂ ਉਹ 20 ਪਿੰਡ ਮਿਲੇ ਤੇ ਉਹ ਉਹਨਾਂ ਚਿਰ 20 ਪਿੰਡ ਇਹਨਾਂ ਕੋਲ ਰਹੇ ਜਿੰਨਾ ਚਿਰ ਤੈਮੂਰ ਰਿਹਾ। ਤੈਮੂਰ ਦੀ ਮੌਤ ਹੋਈ, ਖਿਜ਼ਰ ਖਾਨ ਆਪ ਮੁਹਾਰਾ ਹੋ ਗਿਆ। ਖਿਜ਼ਰ ਖਾਨ ਨੇ ਇਹਨਾਂ ਤੋਂ ਉਹ ਜਾਗੀਰ ਦੇ 20 ਪਿੰਡਾਂ ਦੇ ਹੱਕ ਹਕੂਕ ਲੈ ਲਏ ਤੇ ਕੇਵਲ ਇਹਨਾਂ ਨੂੰ ਮਾਲੀਆ ਗਰਾਉਣ ਵਾਲੇ ਬਣਾ ਦਿੱਤਾ। ਜਦੋਂ ਇਹ ਮਾਲੀਆ ਗਰਾਉਣ ਲੱਗ ਪਏ, ਹਾਲਤ ਦਿਨੋਂ ਦਿਨ ਪਤਲੀ ਪੈਣ ਲੱਗ ਪਈ। ਬਾਬਾ ਸ਼ਿਵ ਨਾਰਾਇਣ ਦੇ ਮਾਤਾ ਬਨਾਰਸੀ ਦੀ ਕੁੱਖ ਨੂੰ ਭਾਗ ਲੱਗਿਆ, ਪਹਿਲੇ ਪੁੱਤਰ ਦਾ ਜਨਮ ਹੋਇਆ ਹੈ, ਉਹਦਾ ਨਾਮ ਲਾਲ ਚੰਦ ਰੱਖਿਆ ਗਿਆ। ਇਸੇ ਘਰ ਦੇ ਅੰਦਰ ਛੋਟੇ ਪੁੱਤਰ ਦਾ ਜਨਮ ਹੋਇਆ ਹੈ ਔਰ ਪਹਿਲਾ ਵੱਡੇ ਦਾ ਨਾਮ ਕਲਿਆਣ ਚੰਦ ਹੈ, ਛੋਟੇ ਦਾ ਨਾਮ ਲਾਲ ਚੰਦ ਰੱਖਿਆ ਗਿਆ। ਵੱਡੇ ਪੁੱਤਰ ਨੂੰ ਔਰ ਛੋਟੇ ਨਾਮ ਨਾਲ ਕਾਲੂ ਜੀ ਕਹਿੰਦੇ ਨੇ, ਛੋਟੇ ਪੁੱਤਰ ਨੂੰ ਛੋਟੇ ਨਾਮ ਨਾਲ ਲਾਲੂ ਜੀ ਕਹਿੰਦੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਕਹਿਲਾਏ ਨੇ। ਔਰ ਪਿਆਰਿਓ ਸਮਾਂ ਚੱਲਿਆ, ਆਪਣੀ ਚਾਲੇ ਹਾਲਤ ਪਤਲੀ ਪੈਣ ਲੱਗੀ ਆ। ਹੁਣ ਇਹ ਬਾਬਾ ਸ਼ਿਵ ਨਾਰਾਇਣ ਜਿਹੜਾ ਸ਼ਿਵ ਰਾਮ ਜਿਹੜਾ ਇਹਦੇ ਤਨ ਤੇ ਵੀ ਬਜ਼ੁਰਗੀ ਆ ਗਈ। ਇਧਰਲੇ ਇਲਾਕੇ ਦਾ ਸਾਰਾ ਮਾਲੀਆ ਗਿਰਾ ਕੇ ਔਰ ਜਾ ਕੇ ਲਾਹੌਰ ਤਾਰ ਕੇ ਆਣਾ ਪੈਂਦਾ ਸੀ। ਹੁਣ ਇਹਨਾਂ ਨੇ ਆਪਣੇ ਪੁੱਤਰ ਨੂੰ ਦੇਖਿਆ ਪੜ੍ਹਾਈ ਵਿੱਚ ਅੱਛਾ ਸੀ ਔਰ ਚੰਗਾ ਚਤਰ ਦਿਮਾਗ ਵਾਲਾ ਸੀ, ਇਹਨੂੰ ਮਾਲੀਆ ਟੈਕਸ ਤਾਰਨ ਵਾਸਤੇ ਲਾਹੌਰ ਭੇਜਦੇ ਨੇ। ਇਥੋਂ ਉਧਰ ਜਿਹੜਾ ਆ ਰਾਏ ਭੋਏ ਦਾ ਪੁੱਤਰ ਰਾਏ ਬੁਲਾਰ, ਇਹ ਕੌਣ ਨੇ? ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਬੜਾ ਵੱਡਾ ਸਿੱਖ ਹੈ। ਇਹ ਪੱਟੀਆਂ ਦੇ ਵਿੱਚੋਂ ਰਾਜਪੂਤ ਨੇ। ਇਹ ਜਿਹੜੇ ਰਾਏ ਬੁਲਾਰ, ਇਹਨਾਂ ਦਾ ਵਡਕਾ ਹੋਇਆ ਹੈ ਰਾਣਾ ਰਾਏ। ਔਰ ਰਾਣਾ ਰਾਏ ਨੇ ਜਦੋਂ ਅਲਾਉਦੀਨ ਖਿਲਜੀ ਆਇਆ ਨਾ ਤੇ ਉਹਨੇ ਹਮਲਾ ਕੀਤਾ ਸੀ ਤੇ ਰਾਣਾ ਰਾਏ ਨੇ ਉਹਦਾ ਡੱਕ ਕੇ ਮੁਕਾਬਲਾ ਕੀਤਾ। ਔਰ ਅਲਾਉਦੀਨ ਖਿਲਜੀ ਨੇ ਦੇਖਿਆ ਕਿ ਸਾਡਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ, ਇਹ ਛੋਟੀ ਉਮਰੇ ਜਿਹੜਾ ਨੌਜਵਾਨ ਹੈ, ਇਹਨੇ ਮੇਰੀ ਫੌਜ ਦਾ ਮੂੰਹ ਮੋੜ ਦਿੱਤਾ। ਅਲਾਉਦੀਨ ਖਿਲਜੀ ਨੇ ਫਿਰ ਇਹਨੂੰ ਕੋਲ ਆਪਣੇ ਸੱਦਿਆ, ਰਾਣਾ ਰਾਏ ਨੂੰ। ਜਦੋਂ ਇਹਨੂੰ ਕੋਲ ਸੱਦਿਆ ਨਾ ਤੇ ਇਹਨੂੰ ਕਹਿਣ ਲੱਗਾ, ਹੇ ਬੱਚੇ ਬਾਲਕੇ ਪੁੱਤਰ, ਤੇਰੀ ਬਹਾਦਰੀ ਬੜੀ ਆ ਤੇ ਮੈਂ ਇਹ ਚਾਹੁੰਦਾ ਹੈ ਮੈਂ ਤੈਨੂੰ ਜਾਗੀਰ ਦੇਣਾ ਆ, ਪਰ ਤੂੰ ਸਲਾਮ ਦੇ ਵਿੱਚ ਆ ਕੇ ਰਾਜ ਪਾਟ ਕਾਇਮ ਕਰ। ਫਿਰ ਅਲਾਉਦੀਨ ਖਿਲਜੀ ਦੇ ਕੋਲ ਔਰ ਪਿਆਰਿਓ ਉਹ ਜਿਹੜਾ ਰਾਣਾ ਰਾਏ ਸੀ, ਉਹਨੇ ਰਾਜਪੂਤ ਸੀ, ਹਿੰਦੂ ਰਾਜਪੂਤ, ਉਹਨੇ ਇਸਲਾਮ ਨੂੰ ਕਬੂਲਿਆ। ਫਿਰ ਉਹ ਇਧਰ ਨੂੰ ਹੋਏ, ਸਲਾਮ ਵਿੱਚ ਆਏ। ਅੱਗੇ ਉਹਦਾ ਪੁੱਤਰ ਜਿਹੜਾ ਸੀ ਨਾ, ਉਹਦੇ ਨਾਂ ਤੇ ਰਾਏਪੁਰ ਸੀ, ਰਾਏਪੁਰ। ਉਹਨੂੰ ਜਿਹੜੀ ਜਾਗੀਰ ਮਿਲੀ ਸੀ ਔਰ ਦਾਲੇ ਦਾਲੇ ਪਿਆਰਿਓ ਇਧਰ ਭੱਟੀਆਂ ਨੂੰ ਜ਼ਮੀਨ ਮਿਲੀ ਸੀ। ਜਿਹੜਾ ਬਠਿੰਡਾ ਹੈ ਨਾ, ਇਹਦਾ ਹਿਸਟਰੀਆਂ 'ਚ ਨਾਂ ਪੜੋਗੇ ਭਟਿੰਡਾ ਹੈ, ਭੱਬੇ ਨਾਲ ਭਟਿੰਡਾ, ਭੱਟੀ ਵੰਡ, ਉਹਦਾ ਭੱਟੀਆਂ ਦਾ ਹਿੱਸਾ, ਭੱਟੀਆਂ ਦੀ ਜਾਗੀਰ। ਤੇ ਉਧਰ ਭੱਟੀਆਂ ਨੂੰ ਜਾਗੀਰ ਰਾਏਪੁਰ ਮਿਲੀ ਸੀ। ਤੇ ਫਿਰ ਪਿਆਰਿਓ ਜਦੋਂ ਆਪਣੀ ਜਾਗੀਰ ਤੇ ਕਰਦਿਆਂ ਕਰਦਿਆਂ ਆਪਣੀ ਵੰਡ ਦੇ ਵਿੱਚ ਰਾਏ ਭੋਏ ਨੂੰ ਜਿਹੜਾ ਰਾਏਪੁਰ ਆਇਆ ਨਾ, ਉਹ ਰਾਏ ਭੋਏ ਦੀ ਵੰਡ ਵਿੱਚ ਰਾਏਪੁਰ ਆਇਆ ਤੇ ਰਾਏ ਭੋਏ ਨੇ ਜਾ ਕੇ ਉੱਥੇ ਇੱਕ ਨਗਰ ਵਸਾਇਆ ਆਪਣੇ ਨਾਂ ਤੇ। ਔਰ ਰਾਏ ਭੋਏ ਦੀ ਤਲਵੰਡੀ, ਤਲਵੰਡੀ ਦੇ ਅਰਥ ਪਤਾ ਕੀ ਨੇ? ਤਲ ਦਾ ਅਰਥ ਹੁੰਦਾ ਹੈ ਧਰਤੀ, ਤੇ ਵੰਡੀ ਉਹਦੀ ਵੰਡ ਵਿੱਚ ਜਿਹੜੀ ਆਈ।
ਉਹ ਕਿੰਨੀ ਕਿਹਦੀ ਆ, ਉਹ ਵੰਡ ਕਿਹਦੀ ਆ, ਰਾਏ ਭੋਏ ਤਲ ਵੰਡੀ। ਉਹ ਰਾਏ ਭੋਏ ਦੀ ਤਲਵੰਡੀ ਔਰ ਜਿਹੜੀ ਇਹ ਇੱਥੋਂ ਆਰੰਭ ਹੋਈ ਤੇ ਰਾਏ ਭੋਏ ਦਾ ਪੁੱਤਰ ਰਾਏ ਬੁਲਾਰ ਏ। ਤੇ ਰਾਏ ਬੁਲਾਰ ਏਡਾ ਸਿੱਖਿਆ, ਅਸੀਂ ਕਿਤੇ ਕੌਲੀ ਦਾਣਿਆਂ ਦੀ ਦੇ ਦਈਏ, 100 ਕੁ ਰੁਪਇਆ ਦੇ ਦਈਏ ਤੇ ਮੁੱਛਾਂ ਨੂੰ ਤਾ ਦੇ ਕੇ ਕਹਿੰਦੇ ਆ ਰਾਏ ਬੁਲਾਰ ਨੇ ਕਿਹਾ ਸੀ ਦਾਤਾ ਸਭ ਕੁਝ ਤੇਰਾ। ਉਹਨੇ 757 ਮਰਬੇ ਆਪਣੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਕਰਤੀ ਸੀ। 757 ਵਿਗੇ ਉਹਦੇ ਕਿਲੇ ਆਪਨੇ ਬਣਾ ਲੈਣੇ, ਕਿੰਨੇ ਬਣਦੇ ਨੇ। ਉਹ ਐਡਾ ਵੱਡਾ ਗੁਰੂ ਕਾ ਸਿੱਖ ਹੈ। ਔਰ ਇਧਰੋਂ ਮਾਲੀਆ ਤਾਰਨ ਵਾਸਤੇ ਔਰ ਪਿਆਰਿਓ ਮਹਿਤਾ ਕਲਿਆਣ ਚੰਦ ਜਾਂਦੇ ਨੇ ਉਧਰ। ਔਰ ਪਿਆਰਿਓ ਰਾਏ ਭੋਏ ਬਜ਼ੁਰਗ ਹੋ ਗਿਆ, ਉਹ ਵੀ ਮਾਲੀਆ ਤਾਰਨ ਵਾਸਤੇ ਲਾਹੌਰ ਆਉਂਦਾ। ਆਪਸ ਵਿੱਚ ਇਕੱਠਿਆਂ ਬਹਿੰਦਿਆਂ ਬਹਿੰਦਿਆਂ ਮਿੱਤਰਤਾ ਹੋ ਗਈ। ਔਰ ਪਿਆਰਿਓ ਇਧਰ ਅੰਮ੍ਰਿਤਸਰ ਦੇ ਇਲਾਕੇ ਵਿੱਚ ਨਾ ਇੱਕ ਪੱਠੇ ਵਿੰਡੇ, ਉਹ ਵੀ ਇਹਨਾਂ ਦੇ ਵਡਕਿਆਂ ਨੇ ਜਿਹੜਾ ਪਠੌਤੀ ਰਾਏ ਨੇ ਵਸਾਇਆ ਸੀ। ਉਹਦਾ ਨਾਮ ਵੀ ਕਹਿੰਦੇ ਪਹਿਲਾਂ ਭੱਟੇ ਵਿੰਡ ਸੀ, ਭੱਟੀਆਂ ਦੀ ਵੰਡ ਸੀ ਤੇ ਇਹਨਾਂ ਦਾ ਵੱਡਾ ਹੋਇਆ, ਉਹਨੇ ਆਪਣੇ ਨਾਂ ਤੇ ਪੱਠੇ ਵਿੰਡ ਕਰਤਾ। ਔਰ ਪਿਆਰਿਓ ਉਹ ਜਿਹੜਾ ਜਦੋਂ ਜਾਂਦੇ ਮਿਲਾਪ ਹੋਇਆ, ਆਪਣੀ ਹਾਲਤ ਬਾਰੇ ਰਾਏ ਬੁਲਾਰ ਨੂੰ ਮਹਿਤਾ ਕਲਿਆਣ ਚੰਦ ਨੇ ਦੱਸਿਆ। ਜਿਵੇਂ ਰਾਜ ਪਾਟ ਸਾਰਾ ਖੁੱਸ ਗਿਆ ਤੇ ਇਹਨਾਂ ਨੇ ਔਰ ਵਧੀਕੀਆਂ ਕੀਤੀਆਂ। ਉਸ ਰਾਏ ਬੁਲਾਰ ਨੇ ਇੱਕ ਦਿਨ ਕਿਹਾ ਸਜਣਾ ਤੂੰ ਇਹਨੂੰ ਛੱਡ, ਆ ਜਾ ਮੇਰੇ ਕੋਲ ਔਰ ਤਲਵੰਡੀ ਦੇ ਵਿੱਚ ਆ। ਫਿਰ ਇਹ ਖਾਨਦਾਨ ਸਾਰਾ ਇੱਥੋਂ ਔਰ ਰਾਏ ਭੋਏ ਦੀ ਤਲਵੰਡੀ ਵਿੱਚ ਜਾ ਕੇ ਇਹਨਾਂ ਵਾਸਾ ਕੀਤਾ। ਤੇ ਰਾਏ ਭੋਏ ਨੇ ਪਿਆਰਿਓ ਜਾ ਕੇ ਬਾਬਾ ਕਲਿਆਣ ਚੰਦ ਨੂੰ ਆਪਣੇ ਤੋਂ ਛੋਟਾ ਮਰਤਬਾ ਦਿੱਤਾ। ਮਹਿਤੇ ਦਾ ਅਰਥ ਹੈ ਔਰ ਪਿਆਰਿਓ ਛੋਟਾ ਰੁਤਬਾ, ਛੋਟਾ ਰਾਜਾ। ਪਟਵਾਰੀ ਲਾਤਾ ਕਿ ਸਾਰੀ ਗਿਆਤ ਇਹਨੂੰ ਆ ਸੰਭਾਲ, ਇਹ ਕਰੇਗਾ ਸਾਰੀ। ਔਰ ਛੋਟਾ ਰੁਤਬਾ ਹੈ ਔਰ ਦੇ ਦਿੱਤਾ ਕਿ ਤੂੰ ਦੇਖ ਰੇਖ ਕਰ। ਹੁਣ ਦੂਜਾ ਰਾਜਾ ਬਣ ਕੇ ਉੱਥੇ ਵਾਸਾ ਇਹ ਰਾਏ ਭੋਏ ਦੀ ਤਲਵੰਡੀ ਵਿੱਚ ਪਿਆ ਕਰਦਾ ਹੈ ਔਰ ਆਪਣਾ ਦੰਪਤੀ ਜੀਵਨ ਜਿਉਂਦੇ ਆ। ਔਰ ਮਾਂ ਬਾਪ ਬਜ਼ੁਰਗ ਨੇ ਬਾਬਾ ਸ਼ਿਵ ਰਾਮ, ਮਾਤਾ ਬਨਾਰਸੀ ਜੀ। ਔਰ ਸਮਾਂ ਚੱਲਦਾ ਹੈ, ਆਪ ਬੰਦਗੀ ਵੀ ਕਰਦੇ, ਉਸ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਆ ਕਿ ਦਾਤਾ ਤੇਰਾ ਸ਼ੁਕਰ ਆ ਔਰ ਤੂੰ ਕਿਰਪਾ ਕਰ ਦਿੱਤੀ ਆ ਕਿ ਸਾਨੂੰ ਮੁੜ ਕੇ ਇੱਥੇ ਵਸਿੰਦੇ ਕਰ ਦਿੱਤਾ, ਨਹੀਂ ਤਾਂ ਹਾਲਤ ਦਿਨੋਂ ਦਿਨ ਪਤਲੀ ਪੈਂਦੀ ਜਾ ਰਹੀ ਸੀ। ਔਰ ਪਿਆਰਿਓ ਸਮਾਂ ਆਪਣੀ ਚਾਲੇ ਚੱਲਦਾ ਔਰ ਸ਼ਿਵ ਰਾਮ ਨੇ ਆਪਣੇ ਪੁੱਤਰ ਦਾ ਔਰ ਜਿਹੜਾ ਕਲਿਆਣ ਚੰਦ ਦੀ ਸ਼ਾਦੀ ਦੀ ਔਰ ਜਿਹੜਾ ਸੋਚ ਲਈ। ਔਰ ਬਾਬਾ ਕਲਿਆਣ ਚੰਦ ਦੀ ਸ਼ਾਦੀ ਪਿਆਰਿਓ ਚਹਿਲ ਨਗਰ ਪਾਕਿਸਤਾਨ ਦੇ ਵਿੱਚ, ਔਰ ਚਹਿਲ ਨਗਰ ਜਿਹੜਾ ਹੈ ਉਹਦੇ ਵਿੱਚ ਵਸਦੇ ਹੋਏ ਭਾਈ ਰਾਮਾ ਜੀ ਦੀ ਪੁੱਤਰੀ ਜਿਹੜੀ ਆ ਨਾ, ਔਰ ਉਹਦੇ 3 ਬੱਚੇ ਨੇ ਭਾਈ ਰਾਮਾ ਜੀ ਦੇ। ਇੱਕ ਵੱਡੀ ਬੇਟੀ ਦਾ ਨਾਮ ਹੈ ਤ੍ਰਿਪਤਾ ਜੀ ਤੇ ਛੋਟੀ ਬੇਟੀ ਦਾ ਨਾਮ ਆ ਲਖੋ ਜੀ। ਪੁੱਤਰ ਦਾ ਨਾਮ ਹੈ ਕ੍ਰਿਸ਼ਨਾ ਜੀ। ਇਹਨੂੰ ਫੇਰ ਸ਼ਰਵਣ ਕਰ ਲਿਓ। ਗੁਰੂ ਨਾਨਕ ਦੇਵ ਮਹਾਰਾਜ ਦੇ ਮਾਮਾ ਜੀ ਦਾ ਨਾਮ ਹੈ ਕ੍ਰਿਸ਼ਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਾਸੀ ਦਾ ਨਾਮ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਔਰ ਪਿਆਰਿਓ ਦਾ ਨਾਮ ਸੀ ਮਾਤਾ ਲਖੋ ਜੀ। ਔਰ ਜਿਹੜੀ ਵੱਡੀ ਬੇਟੀ ਸੀ ਨਾ ਭਾਈ ਰਾਮਾ ਜੀ ਦੀ, ਉਹਨਾਂ ਦਾ ਨਾਮ ਸੀ ਤ੍ਰਿਪਤਾ ਜੀ। ਤ੍ਰਿਪਤਾ ਜੀ ਦੇ ਨਾਲ ਮਹਿਤਾ ਕਲਿਆਣ ਚੰਦ ਜੀ ਦਾ ਵਿਵਾਹ ਹੋ ਗਿਆ। ਇਹ ਤਲਵੰਡੀ ਦੇ ਅੰਦਰ ਰਹਿੰਦੇ ਆ। ਕੇਵਲ ਇਹ ਨਾਂ ਦੀ ਤ੍ਰਿਪਤਾ ਨਹੀਂ, ਸੱਚੀ ਮੁੱਚੀ ਅੰਦਰੋਂ ਰੱਜੀ ਹੋਈ ਆ। ਕਈਆਂ ਦੇ ਕੋਲ ਗੁਰਮੁਖੋ ਦੌਲਤ ਬੜੀ ਆ, ਪਰ ਉਹ ਇੰਨੇ ਭੁੱਖੇ ਕਿ ਭੁੱਖੇ ਤੋਂ ਵੀ ਰੋਟੀ ਖੋ ਕੇ ਖਾਣ ਨੂੰ ਕਰਦੇ ਆ। ਕਈਆਂ ਦੇ ਕੋਲ ਕੁਝ ਨਹੀਂ ਹੈ, ਇੰਨਾ ਦਿਲ ਦਰਿਆ ਉਹਨਾਂ ਦੇ ਕੋਲ ਇੱਕ ਪ੍ਰਸ਼ਾਦਾ ਹੈ, ਦੂਜੇ ਨੂੰ ਆਵਾਜ਼ ਮਾਰਦੇ ਆ ਮਿੱਤਰਾ ਭੁੱਖਾ ਨਾ ਰਹੋ, ਆਪਾਂ ਅੱਧਾ ਅੱਧਾ ਛਕ ਲਾਂਗੇ। ਮਹਾਰਾਜ ਸਾਹਿਬ ਕਹਿੰਦੇ ਔਰ ਕੇਵਲ ਉਹ ਨਾਂ ਦੀ ਤ੍ਰਿਪਤਾ ਨਹੀਂ, ਅੰਦਰ ਤ੍ਰਿਪਤ ਹੈ,
ਅੰਦਰ ਤ੍ਰਿਪਤੀ ਹੈ ਔਰ ਅੰਦਰ ਰੱਜਿਆ ਹੋਇਆ, ਨੀਤ ਰੱਜੀ ਹੋਈ ਆ, ਕਿਤੇ ਪਿਛਲੇ ਕਰਮਾਂ ਦਾ ਫਲ ਜਿਹੜਾ ਹੈ ਨਾ ਉਹ ਉਹਦੇ ਹੋਣ ਲੱਗਾ ਹੈ। ਉਹ ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਹੋਈ ਇਬਾਦਤ ਭਗਤੀ ਇਹ ਦੰਪਤੀ ਜੀਵਨ ਦੀ ਅੱਜ ਪੂਰੀ ਹੋਣ ਲੱਗੀ ਆ। ਉਹ ਪਰਮਾਤਮਾ ਨੇ ਔਰ ਮਾਤਾ ਔਰ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਇਆ ਤੇ ਮਾਤਾ ਤ੍ਰਿਪਤਾ ਆਪਣੇ ਪੇਕੇ ਨਗਰ ਦੇ ਵਿੱਚ ਚਲੀ ਗਈ ਆ। ਨਾਨਕੇ ਘਰ ਦੇ ਅੰਦਰ ਇੱਕ ਬੱਚੀ ਦਾ ਜਨਮ ਹੁੰਦਾ ਆ ਤੇ ਉਹਦਾ ਨਾਮ ਨਾਨਕਿਆਂ ਨੇ ਔਰ ਨਾਨਕੀ ਰੱਖ ਦਿੱਤਾ। ਨਾਨਕੀ ਆਈ ਨਾਨਕੇ ਘਰ ਵਿੱਚ ਔਰ ਉਹਦਾ ਆਉਣਾ ਹੋਇਆ ਕੁਝ ਸਮੇਂ ਬਾਅਦ ਔਰ ਮਾਤਾ ਤ੍ਰਿਪਤਾ ਜੀ ਪਰਿਵਾਰ ਇਹਨਾਂ ਨੂੰ ਤਲਵੰਡੀ ਲੈ ਆਉਂਦਾ ਹੈ। ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਜ਼ੋਈ ਆ ਤੇ ਤਕਰੀਬਨ 5 ਪੌਣੇ 5 ਸਾਲ ਮੈਂ ਤਕਰੀਬਨ ਸ਼ਬਦ ਵਰਤਿਆ ਔਰ 5 ਪੌਣੇ 5 ਸਾਲ ਔਰ ਜਿਹੜਾ ਆਰਬਲਾ ਬੱਚੀ ਦੀ ਹੋ ਗਈ ਘਰ ਵਿੱਚ ਖੇਡਦੀ। ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਜ਼ੋਈਆਂ ਕਰਦੇ ਨੇ ਕਿ ਇਹ ਪਰਮਾਤਮਾ ਔਰ ਤੂੰ ਆਪਣਾ ਕੋਈ ਬਖਸ਼ਿਆ ਭੇਜ। ਬਾਬਾ ਕਲਿਆਣ ਚੰਦ ਮਾਂ ਤ੍ਰਿਪਤਾ ਕਰਦੇ ਨੇ ਔਰ ਦਾਤਾ ਕਿਰਪਾ ਕਰ ਜਿਹੜਾ ਇਸ ਕੁੱਲ ਦੀ ਗਈ ਆਬਾ ਔਰ ਉਹ ਵਾਪਸ ਲਿਆਉਣ ਵਾਲਾ ਆਵੇ। 4 ਚਾਨਾਂ 4 ਚੱਕਾਂ ਵਿੱਚ ਤੇਰੇ ਨਾਮ ਨੂੰ ਚਮਕਾਉਣ ਵਾਲਾ ਆਵੇ। ਦੁਨੀਆ ਦੀ ਡਿੱਗਿਆਂ ਢੱਠਿਆਂ ਦੀ ਬਾਂਹ ਪਕੜਨ ਵਾਲਾ ਆਵੇ। ਜਦੋਂ ਇੰਨੇ ਗੁਣ ਕਹੇ ਤੇ ਪਰਮਾਤਮਾ ਨੂੰ ਕਹਿ ਲੱਗੇ ਦਾਤਾ ਤੂੰ ਕਿਰਪਾ ਕਰ ਔਰ ਕਿਰਪਾ ਕਰ। ਐਸੇ ਗੁਣਾਂ ਵਾਲਾ ਪਰਮਾਤਮਾ ਹੈ ਤੇ ਪਰਮਾਤਮਾ ਨੇ ਆਉਣਾ ਮੰਨਿਆ। ਕੇਵਲ ਪੁਕਾਰ ਜਿਹੜੀ ਹੈ ਨਾ ਮਾਤਾ ਤੇ ਔਰ ਪਿਤਾ ਦੀ ਹੀ ਨਹੀਂ। ਇੱਥੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਆ ਨਾ ਆਪਣੀਆਂ ਵਾਰਾਂ ਅੰਦਰ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪੁਠਾਇਆ। ਔਰ ਪਿਆਰਿਓ ਭੇਜਿਆ ਰੂਪ, ਉਹ ਰੂਪ ਸਰਗੁਣ ਆਪਣਾ ਜਿਹੜਾ ਸੀ ਸੰਸਾਰ ਵਿੱਚ ਭੇਜਣਾ। ਪਹਿਲਾਂ ਪੁਕਾਰ, ਹੁਣ ਪੁਕਾਰ ਕਿੰਨੇ ਕੀਤੀ? ਮਾਂ ਬਾਪ ਦੀ ਪਿਤਾ ਦੀ ਪੁਕਾਰ ਏ ਕਿ ਦਾਤਾਰ ਉਹ ਆਵੇ ਜਿਹੜਾ ਲੁਤਾੜਿਆਂ ਨੂੰ ਗਰੀਬਾਂ ਨੂੰ ਢੱਠਿਆਂ ਨੂੰ ਠਾਉਣ ਵਾਲਾ ਔਰ ਗੱਲ ਨਾਲ ਲਾਉਣ ਵਾਲਾ ਆਵੇ। ਕਿਰਪਾ ਕਰੀ ਤੂੰ ਮੇਰ ਵਰਸਾ। ਇਧਰ ਪਿਆਰਿਓ ਸੰਸਾਰ ਵਿੱਚ ਜਾਤ ਅਭਿਮਾਨੀਆਂ ਨੇ ਬੜਾ ਤਸ਼ੱਦਦ ਕੀਤਾ ਹੈ। ਉਹ ਪੁਕਾਰ ਭਾਵੇਂ ਗ੍ਰੰਥਕਾਰਾਂ ਨੇ ਧਰਤੀ ਦੀ ਵੀ ਲਿਖੀ ਆ, ਧਰਤੀ ਨੇ ਵੀ ਪੁਕਾਰ ਕੀਤੀ ਆ। ਪਾਮਰ ਪੁਰਸ਼ ਆਏ, ਉਹਨਾਂ ਨੇ ਪਾਪ ਦੀ ਪ੍ਰਥਾ ਚਲਾਈ। ਇੱਥੇ ਉਹਨਾਂ ਆ ਕੇ ਔਰ ਪਿਆਰਿਓ ਔਰ ਰੱਬ ਦੇ ਪਿਆਰਿਆਂ ਦਾ ਖੂਨ ਵਹਾਇਆ। ਮੇਰੇ ਤੋਂ ਇਹ ਤਸ਼ੱਦਦ ਇਹ ਪਾਪਾਂ ਦੇ ਸਹਿਤ ਨਹੀਂ ਰਿਹਾ ਜਾਂਦਾ ਜਿੰਨਾ ਚਿਰ ਤੂੰ ਆ ਕੇ ਦਾਤਾ ਇਹ ਪਾਪ ਧੋਂਦਾ ਨਹੀਂ। ਇਸ ਧਰਤੀ ਦੇ ਉੱਪਰ ਧਰਤੀ ਨੂੰ ਤਰਵਾਸ ਦੇਣ ਵਾਲੇ, ਧਰਤੀ ਦੇ ਉੱਪਰ ਰਹਿਣ ਵਾਲੇ ਜਿਹੜੇ ਧੀਰੇ ਧਾਰੀ ਨੇ, ਉਹਨੇ ਭਗਤ, ਉਹਨੇ ਸੰਤ, ਜਿਨ੍ਹਾਂ ਦੀ ਪੁਕਾਰ ਸੀ ਕਿ ਦਾਤਾ ਕਿਰਪਾ ਕਰ। ਪੁਕਾਰ ਕੇ ਕਹਿੰਦੇ ਸੀ ਮਰੇ ਹੋਏ ਜੋ ਮੁਕਤ ਦਿਓਗੇ ਤਾਂ ਮੁਕਤ ਨਾ ਜਾਣੇ ਕੋਇਲਾ, ਕੀ ਮਰਨ ਤੋਂ ਬਾਅਦ ਹੀ ਮੁਕਤੀ ਦੇਵੇਂਗਾ। ਆ ਜਿਹੜੇ ਤਸ਼ੱਦਦ ਕਰਦੇ ਪਏ ਨੇ ਦਾਤਾ, ਔਰ ਇਹਨਾਂ ਨੂੰ ਕੀ ਪਤਾ ਲੱਗੇਗਾ ਮੈਂ ਉਸ ਮੁਕਤੀ ਨੂੰ ਕੀ ਕਰਨਾ। ਦਾਤਾ ਜਿਹੜੀ ਮਰਨ ਤੋਂ ਬਾਅਦ ਏ, ਕਿਰਪਾ ਕਰ ਤੂੰ ਪਹਿਲਾਂ ਆਪਣੀ ਮਿਹਰ ਵਰਸਾ, ਇਹਨਾਂ ਨੂੰ ਪਤਾ ਲੱਗੇ ਤੇ ਤੇਰੇ ਭਗਤਾਂ ਦਾ ਉਤਸ਼ਾਹ ਵਧੇ। ਔਰ ਪਿਆਰਿਓ ਜਦੋਂ ਔਰ ਤੁਰਿਆ ਜਾਂਦਾ ਹੈ ਔਰ ਭਗਤ ਨਾਮਦੇਵ ਜਾ ਕੇ ਰੱਬ ਦਾ ਘਰ ਜਾਣ ਕੇ ਉਹਦੇ ਵਿੱਚ ਬੈਠ ਕੇ ਇਬਾਦਤ ਕਰਦਾ ਹੈ, ਜਾਤ ਅਭਿਮਾਨੀ ਚੁੱਕ ਕੇ ਬਾਹਰ ਸੁੱਟ ਦਿੰਦੇ। ਉਹਨਾਂ ਤੇ ਸ਼ਿਕਵਾ ਨਹੀਂ, ਕਹਿੰਦਾ ਮਾਲਕਾ ਔਰ ਤੇਰੀ ਭਗਤੀ ਕਰਦਿਆਂ ਤੇ ਤੇਰੇ ਭਗਤਾਂ ਦੀ ਇਹੋ ਜਿਹੀ ਹਾਲਤ ਹੋਵੇਗੀ, ਤੂੰ ਕਿਰਪਾ ਕਰ ਔਰ ਇੱਥੇ ਹੀ ਰਹਿਮਤ ਵਰਸਾ। ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਜਿਹਦੀ ਭਗਤੀ ਕਰਦੇ ਨੇ ਉਹ ਦਾਤਾ ਮਿਹਰ ਕਰਦਾ। ਸ਼ਬਦ ਨੇ ਗੁਰਬਾਣੀ ਦੇ ਹਸਤ ਖਿਲ ਤੇਰੇ ਦੇਹਰੇ ਆਇਆ ਔਰ ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਮਹਾਰਾਜ ਤੂੰ ਕਿਰਪਾ ਕਰ, ਜੇ ਇਹ ਨੀਚ ਕਹਿੰਦੇ ਨੇ ਫਿਰ ਮੈਨੂੰ ਕਿਉਂ ਇੱਧਰ ਜਨਮ ਦੇਣਾ ਸੀ ਕਿ ਤੇਰੇ ਭਗਤਾਂ ਦਾ ਨਰਾਦਰ ਹੋਵੇਗਾ।
ਜਦੋਂ ਐਨੀ ਬਚਨ ਕਹੇ ਤੇ ਪਰਮਾਤਮਾ ਨਾਲ ਗੱਲਾਂ ਕਰਦਾ, ਆ ਕਰਕੇ ਮਨ ਭਰਿਆ ਹੋਇਆ ਹੈ, ਮਗਰ ਬੈਠ ਗਿਆ। ਜਦੋਂ ਦੇਹੁਰੇ ਦੇ ਅੰਦਰੋਂ ਕੱਢ ਦਿੱਤਾ, ਫਿਰ ਭਗਵਾਨ ਨੇ ਕਿਰਪਾ ਕੀਤੀ, ਸੁਣੀ ਪੁਕਾਰ, पुकार सुनी, फेर दिया देहुरा नामे को पंडियन को पिछवार ला। वो पुकार सी, मैं संखेप च अर्ज करा, भगतां दी, गुर सिखां दी, गरीबां दी, लताड़ियां दी और जुलमियां दे मारियां दी पुकार सी कि दाता इत्थे कोई किसे दी बांह नहीं पकड़दा, किसे भुखे नूं कोई भोजन नहीं देंदा, तू किरपा कर और तेरे आयु बगैरनी। वो पुकार नूं परमात्मा ने सुनिया, जिन्हों भाई गुरदास साहब कहते, फिर वो गरीबां दी, भगतां दी, निताणियां दी पुकार सुनी गई आ। सुनी पुकार दातार प्रभ, गुरु नानक जग माहे पुठाया। और गुरु नानक देव महाराज जी नो सरगुण रूप धारण वास्ते निर्गुण भी सर, निर्गुण सरगुण भी ओही, कला धार जिन सगली मोही। निर्गुण भी वो आप है, निर्गुण ने सरगुण होने वास्ते हुण उथों रूप जिहड़ा सी ना धारण करन वास्ते इधर संसार वाल नूं आउणा कीता है। संसार दे विच आ करके तलवंडी जिहड़ी आ इहदी आबो हवा बदलण लग पई आ। इत्थे हरियावलता और सुंदर फुੱਲ जिहड़े ने और वो महकन टहकन लग पए आ। मानो धरती भी खुशी मनांदी सी, जदों धरती नूं किहा सी ना, धरती ने पुकार कीती सी कि हुण भार नहीं सहारिया जांदा, किहा सी हे धरती हुण मैं आपा प्रगट करांगा, तेरे तो पाप दा भार निवृत्त करांगा, तेरे उपर भगती कीर्तन दी प्रथा चलेगी और उहदे नाल पापां दा भार मिट जाएगा। ते अज धरती नूं पता है वो सरगुण रूप धारण वास्ते वो मालिक आ रहा है। और बाहर देश दे इलाके विच ते उस नगरी दे अंदर और कहंदे ने हरियावलता वखरी, दाले दाले फुल्लां दे बगीचे वखरे वखरे, वो फुल्लां नाल हवा खह के आउंदी आ, वो सुगंधी इकट्ठी करके ये राय बुलार दी नगरी दे उपर वरसाउंदी आ। इत्थे और वरखा हुंदी आ, मारू थल नहीं बनाउंदी, जल थल नहीं करदी, जिन्नी क जरूरत है फल फुल पौधियां नूं उन्हां नूं हरियावलता रखण दे लई। और प्यारिओ आके मां तृप्ता दी कुख नूं भाग लग गया है। जदों भाग लग गया, हाथ भाव बदल गए ने घर दे, ते जदों मां तृप्ता दी कुख नूं भाग लग गया ते प्यारिओ कहंदे इत्थे चोर जिहड़े सन उन्हां दे मन बदल गए। छड्डो यारो चोरी तो की लैना, एवें दुराचार विच की पैना, इस पासे नूं चंगे नूं तुरीए। ते जिहड़े नहीं छड्ड सके वो देश नूं छड्ड के चले गए। टेढ़े मन वालियां दे मन सीधे हो गए, गुरु दी आमद होई आ। और अजे और माता दी कुख नूं भाग लगा, भलियां गल्लां करन लग पए, एक दूजे दे नाल हमदर्दी प्रगट करन लग पए, वातावरण बदलण लग पिया है। गुरु ने इस नगरी दे अंदर अजे सरगुणता दे अंदर टिकाओ कीता है ते इन्हां लोकां दे हाव भाव बदलण लग पए। चलदियां चलदियां वो समा आया, कवि संतोख सिंह कहंदे ने, कहंदे प्यारिओ और मेहता कल्याण चंद दी धर्म सो पत्नी, भावें सारे गहने उतारे ने, कहंदे ऐओ शोभा पाउंदी आ कि जिवें बहुत श्रृंगार होवे। कालू ती भूखण जदब सगल उतारे, भावें उन्हें सारे गहने उतारे ने, कह लगे तावी शोभा दुगनी चौगनी उदी आ। क्यों ना, क्योंकि कोट ब्रह्मंड को ठाकुर स्वामी सर्वकला भरपूरी रे, जेड़ा करोड़ां ब्रह्मंडां दा मालिक है। जिथे वो आ जावे उस तन दी, उस घर दी, उस देश दी शोभा क्यों ना दूनी चौड़ी होवे। और वो आ गया। महाराज साहब कहंदे समा चलदा गया, विद्वान कहंदे चलदा चलदा समा आ गया है प्यारिओ। उस समय ने करवट बदली आ और मां बनारसी ने और दौलतां दाई बड़ी सियाणी बजुर्ग सी, उन्होंने सुनेहा भेजिया है। वो इस कुल दी दाई सी,
ਉਹ ਘਰ ਵਿੱਚ ਆਈ ਆ, ਉਹਨੇ ਗੇੜਾ ਪਾਇਆ, ਮਾਤਾ ਤ੍ਰਿਪਤਾ ਦੀ ਸੇਵਾ ਕਰਦੀ ਆ। ਅੱਜ ਔਰ ਦਾਈ ਆਈ ਤੇ ਜਾਂਦੀ ਹੋਈ ਕਹਿ ਕੇ ਚਲੀ ਗਈ, ਕਹਿ ਲੱਗੀ ਅਜੇ ਸਮਾਂ ਬਾਕੀ ਆ, ਬੱਚੇ ਦਾ ਜਨਮ ਅਜੇ ਨਹੀਂ ਹੋਣਾ, ਮੈਂ ਕੁਝ ਘਰ ਦਾ ਕੰਮ ਧੰਦਾ ਨਿਪਟਾ ਕੇ ਤ੍ਰਿਕਾਲਾਂ ਨੂੰ ਆ ਜਾਵਾਂਗੀ। ਜਦੋਂ ਸ਼ਾਮ ਨੂੰ ਦੌਲਤਾਂ ਆਈ ਆ ਨਾ, ਆ ਕਰਕੇ ਮਹਿਤਾ ਕਲਿਆਣ ਜੀ ਖੜੇ ਨੇ ਔਰ ਦਾਦੀ ਆ, ਪਰਿਵਾਰ ਖੜਾ ਆ ਔਰ ਕੋਲ ਕਹਿੰਦੀ ਆ, ਮਹਿਤਾ ਜੀ ਸਾਨੂੰ ਗਰੀਬਾਂ ਨੂੰ ਤੁਹਾਡੇ ਤੋਂ ਆਸ ਹੁੰਦੀ ਏ, ਜਜਮਾਨਾਂ ਤੋਂ, ਸਾਡਾ ਪਰਿਵਾਰ ਤੁਹਾਡੇ ਜਜਮਾਨਾਂ ਤੋਂ ਪਲਦਾ ਆ। ਮੈਂ ਮਹਿਤਾ ਜੀ ਬੜੇ ਵੱਡੇ ਵੱਡੇ ਘਰਾਂ ਵਿੱਚ ਜਾਨੀ ਆ, ਬੱਚਿਆਂ ਨੂੰ ਜਨਮ ਦਿਵਾਉਣੀ ਆ, ਸੇਵਾ ਕਰਦੀ ਆ, ਪਰ ਐਸ ਗਰੀਬਣੀ ਨੂੰ ਕੋਈ ਨਗੁਣੇ ਜੇ ਕੱਪੜੇ ਦੇ ਦਿੰਦਾ ਆ, ਕੋਈ ਨਿਗੁਣੀ ਜੀ ਮਾਇਆ ਦਿੰਦਾ ਆ। ਸਭਨਾਂ ਦੇ ਘਰਾਂ ਵਿੱਚ ਤੇ ਸਭਨਾਂ ਦੀ ਖੁਸ਼ੀ ਲਈ ਮੈਂ ਕੰਮ ਕਰਦੀ ਆ, ਮੇਰੀ ਖੁਸ਼ੀ ਕਦੇ ਮਹਿਤਾ ਜੀ ਕਿਸੇ ਨੇ ਨਹੀਂ ਦੇਖੀ। ਮਹਿਤਾ ਜੀ ਜੇ ਰੱਬ ਤੁਹਾਡੇ ਤੇ ਕਿਰਪਾ ਕਰੇ, ਅੱਲਾ ਪਾਕ ਕਿਰਪਾ ਕਰੇ, ਮਹਿਤਾ ਜੀ ਉਹ ਤੁਹਾਨੂੰ ਬਾਲਕ ਦੀ ਦਾਤ ਬਖਸ਼ੇ ਔਰ ਮਿੱਠੀ ਦਾਤ ਬਖਸ਼ੇ, ਤੇ ਆ ਗਰੀਬਣੀ ਦਾ ਖਿਆਲ ਰੱਖਿਆ ਜੇ, ਕਿਤੇ 4 ਦਮੜੀਆਂ ਦੇ ਦਿਆ ਜੇ। ਇਹ ਗਰੀਬਣੀ ਕੁਝ ਰਾਸ਼ਨ ਲੈ ਆਵੇਗੀ, ਕਿਤੇ ਤੁਹਾਡੇ ਤੋਂ ਵਾਧੂ ਹੋਣ 2 ਲੇਫ ਦੇ ਦਿਆ ਜੇ, ਸਾਡਾ ਗਰੀਬਾਂ ਦਾ ਔਰ ਸਿਆਲ ਸੌਖਾ ਨਿਕਲ ਜਾਵੇਗਾ। ਮੇਰੇ ਬੱਚੇ ਵੀ ਜਿਹੜੇ ਤੈਨੂੰ ਮਹਿਤਾ ਅਸੀਸਾਂ ਦੇਣਗੇ, ਤੇ ਮਹਿਤਾ ਸਾਡਾ ਤਾਂ ਭੋਜਨ ਵੀ ਤੁਹਾਡੇ ਜਜਮਾਨਾਂ ਦੇ ਘਰੋਂ ਚੱਲਦਾ ਆ। ਮਹਿਤਾ ਕਿਤੇ ਕੋਈ 4 ਸਿਰ ਦਾਣੇ ਦੇ ਦੇਈ, ਮੇਰੇ ਨਿਆਣੇ ਵੀ ਜਿਹੜੇ ਆ ਉਹ ਵੀ ਪੇਟ ਭਰਵੀਂ ਠੰਡ ਵਿੱਚ ਰੋਟੀ ਖਾ ਲੈਣਗੇ। ਮੈਂ ਤਾਂ ਕਲਿਆਣ ਚੰਦ ਕਹਿਣ ਲੱਗੇ, ਦੌਲਤਾਂ ਉਹ ਅੱਲਾ ਕਿਰਪਾ ਕਰੇ, ਉਸ ਖੁਦਾ ਦਾ ਦਿੱਤਾ ਬਹੁਤ ਕੁਝ ਏ, ਜੋ ਮੰਗੇਗੀ ਬਿਸਤਰੇ ਦਾਣੇ, ਤੇਰੇ ਬੱਚਿਆਂ ਨੂੰ ਵਸਤਰ ਵੀ ਮਿਲਣਗੇ। ਦੌਲਤਾਂ ਜਦੋਂ ਤੂੰ ਆਖੇਂਗੀ ਮੈਂ ਖੁਸ਼ ਹੋ ਗਈ ਆ, ਮਾਲਕ ਕਿਰਪਾ ਕਰੇ ਇਸ ਘਰ ਵਿੱਚੋਂ ਤੈਨੂੰ ਮੈਂ ਖੁਸ਼ ਕਰਕੇ ਭੇਜਾਂਗਾ। ਤੂੰ ਕਹਿਨੀ ਹੈ ਮਹਿਤਾ ਜੀ ਮੈਂ ਇਸ ਘਰ ਵਿੱਚੋਂ ਖੁਸ਼ ਹੋ ਕੇ ਜਾਣਾ ਚਾਹੁੰਦੀ ਆ, ਔਰ ਮਾਯੂਸੀ ਨਾਲ ਨਹੀਂ, ਮੈਨੂੰ ਅੰਦਰੋਂ ਖੁਸ਼ੀ ਹੋਵੇ, ਨਹੀਂ ਤਾਂ ਮੈਂ ਨਗੂਣਾ ਧਨ ਲੈ ਕੇ ਰਾਜਿਆਂ ਰਜਵਾੜਿਆਂ ਦੇ ਵੱਡੇ ਘਰਾਂ ਦੇ ਵਿੱਚੋਂ ਬਾਹਰੋਂ ਖੁਸ਼ੀ ਮਹਿਸੂਸ ਕਰਦੀ ਆ, ਪਰ ਅੰਦਰੋਂ ਖੁਸ਼ ਨਹੀਂ ਹੁੰਦੀ। ਕਿਤੇ ਮੈਨੂੰ ਅੰਦਰ ਦੀ ਵੀ ਖੁਸ਼ੀ ਮਿਲ ਜਾਵੇ, ਤੂੰ ਮੇਰੀ ਇੱਛਾ ਪੂਰੀ ਕਰੀ। ਤੇ ਮਹਿਤਾ ਜੀ ਨੇ ਕਿਹਾ ਠੀਕ ਆ। ਔਰ ਪਿਆਰਿਓ ਘਰ ਦੇ ਅੰਦਰ ਹੁਣ ਇਹ ਦਾਈ ਤ੍ਰਿਕਾਲਾਂ ਨੂੰ ਮਾਂ ਤ੍ਰਿਪਤਾ ਦੇ ਹਰ ਕਮਰੇ ਵਿੱਚ ਗਈ ਆ, ਸੇਵਾ ਕਰਦੀ ਆ, ਤੇ ਤ੍ਰਿਕਾਲਾਂ ਪਈਆਂ। ਰਾਤ ਅਰਧ ਤੋਂ ਅੱਗੇ ਨੂੰ ਹੋਣ ਲੱਗੀ ਆ। ਜਦੋਂ ਅੱਗੇ ਨੂੰ ਰਾਤ ਹੁੰਦੀ ਆ ਔਰ ਉਹ ਸਮਾਂ ਆ ਗਿਆ ਪਿਆਰਿਓ, ਔਰ ਬਿਕਰਮੀ ਸੰਮਰ 1526 ਆ ਗਿਆ, ਤੇ ਜਿਹੜਾ ਈਸਵੀ ਸਨ 1469 ਤੇ ਕੱਤਕ ਦੀ ਪੂਰਨਮਾਸ਼ੀ ਦਾ ਸਮਾਂ ਆ। ਔਰ ਕੱਤਕ ਦੀ ਪੂਰਨਮਾਸ਼ੀ ਤੇ ਪਿਆਰਿਓ ਉਹ ਸਮਾਂ ਆਇਆ, ਬਾਹਰ ਭੈਣ ਤੇ ਬਾਪ ਜਿਹੜਾ ਕਦੀ ਇਧਰ ਨੂੰ ਚੱਕਰ ਕੱਟਦਾ ਪਏ ਨਹੀਂ, ਰਾਤ ਵਿਹੜੇ ਵਿੱਚ ਤੁਰੇ ਫਿਰਦੇ ਨੇ, ਹੱਥ ਜੋੜ ਜੋੜ ਅਰਦਾਸਾਂ ਕਰਦੇ, ਮਾਲਕਾ ਕਿਰਪਾ ਕਰੀ, ਜੇ ਭੇਜਣ ਲੱਗਾ ਆ ਆਪਣਾ ਬਖਸ਼ਿਆ ਹੋਇਆ ਭੇਜੀ, ਮਿਹਰ ਕਰੀ। ਭੈਣ ਵੀ ਜਿਹੜੀ ਆ ਉਹ ਪਿਤਾ ਦੇ ਨਾਲ ਨਾਲ ਤੁਰੀ ਫਿਰਦੀ ਆ, ਪਏ ਨਹੀਂ। ਔਰ ਪਿਆਰਿਓ ਉਧਰ ਸਮਾਂ ਆ ਗਿਆ ਕਿ ਬਾਲਕੇ ਦਾ ਜਨਮ ਹੁੰਦਾ ਹੈ, ਸੱਚੀ ਸਰਕਾਰ ਦਾ, ਤੇ ਜਿਹਨੂੰ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਨਾ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਜਨਨੀ, ਜਿਨ ਗੁਰੂ ਜਣਿਆ ਮਾਏ। ਅੱਜ ਮਾਂ ਤ੍ਰਿਪਤਾ ਨੂੰ ਸਾਰੇ ਧੰਨ ਧੰਨ ਕਹੋ। ਅੱਜ ਮਾਂ ਤ੍ਰਿਪਤਾ ਦੀ ਕੁੱਖ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਮਦ ਹੋਈ। ਜਦੋਂ ਆਮਦ ਹੋਈ ਔਰ ਪਿਆਰਿਓ ਸੇਵਾ ਸੰਭਾਲ ਕੀਤੀ ਆ, ਤੇ ਪਿਆਰਿਓ ਮਾਤਾ ਦੇ ਉਧਰ ਅੰਦਰ ਸਰੀਰ ਦੀ ਬੰਤਰ ਬਣੀ, ਜੋਤ ਜਿਹੜੀ ਇਹ ਰੱਬੀ ਉਹ ਜਦੋਂ ਉਸ ਤਨ ਵਿੱਚ ਟਿਕੀ ਆ, ਤੇ ਕਹਿੰਦੇ ਨੇ 8 ਬੱਤੀਆਂ ਵਾਲਾ ਚਾਨਣ ਵਾਸਤੇ, ਔਰ ਉਸ ਕਮਰੇ ਦੇ ਅੰਦਰ ਸ਼ਮਧਾਨ ਜਗਦਾ ਸੀ, ਦੀਵਾ ਜਗਦਾ ਸੀ। ਔਰ ਪਿਆਰਿਓ ਜਦੋਂ ਜਨਮ ਹੁੰਦਾ ਹੈ ਉਹਦੀ ਰੌਸ਼ਨੀ ਮੱਧਮ ਪੈ ਜਾਂਦੀ ਆ, ਤੇ ਦਾਈ ਦੀਆਂ ਅੱਖਾਂ ਵੀ ਜਿਹੜੀਆਂ ਇੱਕ ਵਾਰ ਬੰਦ ਹੋ ਜਾਂਦੀਆਂ ਨੇ, ਔਰ ਇੰਨਾ ਪ੍ਰਕਾਸ਼ ਹੁੰਦਾ ਹੈ
विद्वानां दा यह मनना कि जोत बाहरों प्रवेश की अगमी और शरीर माता दे उदर विच बनिया और जोत अगमी प्रवेश की ते पहली दौलतां दाई आ और मुसलमान बीबी ओदे चरना ते नमस्कार जिन्ने मां नालों भी पहला गुरु नानक साहब दे दर्शन कीते ने और मां नालों भी पहला पहली झलकार किसे नू पई पहला दीदार होए वो दौलतां दाई आ जिहदा नाम तां दौलतां सी असल च कंगालन सी। अज वो झलकारा मिल गया उन्हें सेवा की और सेवा करके और प्यारिओ बच्चे नू मां कोल पाके हुण बड़े समय उस दी उड़ीक विच बाहर भैन खली आ और प्यो खड़ा और होर एहलकार खड़े आ कि दाई आके दसे। अज दाई ने वो दरवाजा खोलिया ऐसता ऐसता आउंदी है अखां जेड़ियां ने किसे गंभीरता दे विच जुड़ियां होईयां है ते दाई ने और अगों दी मेहता जी ने जदों देखिया दाई बाहर आ गई मेहता कल्याण चंद अगे वधे ने ते दाई ने और अपने मुख विचों क्या मेहता जी वधाई होवे। बड़ी गंभीरता दे शब्द सन। मेहता जी ने वधाई नूं कबूलिए ते अंदर शंका हो गई इहदा कंठ भरिया होया गला भरिया है सुख होवे। पुछया दौलतां की गल आ और देख कि मेरे घर अंदर जेड़ा बालका आया ठीक है? कह लगी बिल्कुल ठीक है। कि ओदी मां ठीक आ? कह लगे हाँ। फिर दौलतां केड़ी गल तो गला भर आईयां? देख तू क्या सी मैं तेनू खाली नहीं भेजांगा। जदों ओ मोहरां दा थाल भरिया क्या दौलतां झोली कर हथ करके कहंदी मैं तां रहन दे। कहन लगा दौलतां खाली वजों जो तू मुंह मंगेंगी और दाने भी वस्त्र भी बिस्तरे भी और दौलत भी दी जाएगी जो आखेंगी मिल जाएगा। ते अगों कह लगी मेहता जी और मैं ना दी दौलतां सा ते दौलत मेरे पल्ले नहीं सी। कंगालां दी तरह मैं दुनियादारां अगे हथ अड्डदी सा मंगदी फिरदी सा मंगती सा। अज तेरे घर अंदर जेड़ा पुत्र जन्मिया ही ना ओदे पहले दीदार ने पहली झलक ने सची मुची मैनू अंदरों रजा दिता। अज मैं दौलतमंद हो गई अज मैं निरिच्छत हो गई। मैनू किसे इच्छा की लोड़ नहीं और मैनू किसे वस्तु की लोड़ नहीं। तेरे घर अंदर आउण वाले ने मैनू इन्नी कु दात बख्श दिती आ। देखो गुरु नानक देव महाराज धरती ते जन्म लेंदे एक कंगालन नू आउंदियां सार माला माल कर देंदे ने। वो गुरु नानक देव महाराज दी आमद होई आ जगत दे विच वधाइयां चल पईयां ने और प्यारिओ सारे मुबारकां देंदे आ। मेहता कल्याण चंद जी नूं अगे दिन दा चढ़ाऊ हुंदा है जीवन दे कौतक अगे आरंभ हुंदे ने। अज दा समा अगे सोई उपर चली गई। गुरु नानक देव महाराज सच्चे पातशाह दा ऐओ संसार ते आउणा होया है जेड़ा एक दीदार दे नाल माला माल कर दिंदा है कि ओदे अगे अरदास करिए महाराज तेरा दीदार हो जावे। और दर्शन प्यासी दिन सरात चितवों अणदिन नीत खोल कपट गुर मेलिया नानक हर संग मीत। मेरे ते कृपा करो मैनू दीदार बख्शो अंदर दा चानना बख्शो बाहर दा चानना बख्शो। ते किदे अंदर पुकार निकले कि दर्शन देख जीवा गुर तेरा पूर्ण कर्म होए प्रभ मेरा। ए बेनती सुन प्रभ मेरे देह नाम कर अपने चेरे अपनी शरण राख प्रभ दाते गुर प्रसाद किने विरलै जाते। सुनो बिनो प्रभ मेरे मीता चरण कवल वसै मेरे चीता। नानक एक कह करै अरदास विसर नाही पूर्ण गुणतास मेरे ते कृपा कर। ये साडे अंदर दी पुकार होवे महाराज दौलतां नूं आउंदियां सार दात बख्शियो असीं तां तेरे नाम धरीक हां साडे ते कृपा कर। फिर जदों संसार विच आए ने आउंदियां उन्हां नूं हनेरा मिलदा। भाई गुरदास जी ने अगली पौड़ी वरती आ ना एक पौड़ी दे विच कहा है ना सतगुरु नानक प्रगटिया प्रगट हो गया है ते धुंध दा मिटना अगे चानना होना
और वो जिहड़ा गुरसिखां चरण धोए रह रास कर, चरण धोए रह रास कर, गुरसिखां चरनामृत पिलाया। वो अमृत दियां दातां गुरसिखां नूं वंडणीਆਂ ने, अंदर जीवन अमृत बनाउणा है। वो अगे जीवन दे कौतक है। अज दी इन्नी क और विचार सरवण जिहड़ी कीती आ, ओनू मेरे दाते दे बचन जान के हिरदियां च वसाया जे। ये तुश बुद्धि नाल पढ़ पढ़ा के जिन्नी क मेरे गुरु नानक साहब ने दास नूं मत बख्शी है, सूझ बख्शी उहदे मुतलक मेरे दाते दे समुंदर जीवन दे विचों तुश बुद्धि नाल कुछ कुछ तरंगां आप दे समक्ष रखियां, साडा आया होया सफला हो सके। और गुरु के बचन जान के गुरु की साध संगत ने हिरदियां च वसावने। दास नूं आप संगत दा, गुरु नानक दे महाराज दे दर दा, घर दा कूकर जान के बेअंत भुल्लां दी खेमा करिया जे। इन्नियां को बेनतियां प्रवान करिया जे। अरदास अंदर शामिल होइए। वाहिगुरु जी का खालसा, वाहिगुरु जी की फतेह।